Welcome back to Pravleen Kaur's World. So in today's video, we will be doing the chapter The Barbers Trade Union. Okay, the chapter's name is Barbers Trade Union. The will also be there, and it is written by Mulk Raj Anand. ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਜਾਣੇ ਇਸ ਨਾਮ ਨੂੰ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਦਿਓ ਕਿ ਦ ਰਾਈਟਰ ਆਫ ਬਾਰਬਰਸ ਟ੍ਰੇਡ ਯੂਨੀਅਨ ਇਜ਼ ਮੁਲਕ ਰਾਜ ਆਨੰਦ। ਠੀਕ ਹੈ, ਓਕੇ। ਹੁਣ ਆਪਾਂ ਸਮਰੀ ਪੜ੍ਹਦੇ ਹਾਂ ਕਿਉਂਕਿ ਇਸ ਵੀਡੀਓ ਦੇ ਵਿੱਚ ਆਪਾਂ ਮੇਨ ਹਾਈਲਾਈਟ ਦੇਖਾਂਗੇ ਚੈਪਟਰ ਦੀ ਕਿ ਚੈਪਟਰ ਦੇ ਵਿੱਚ ਹੋ ਕੀ ਰਿਹਾ ਹੈ। ਫਿਰ ਉਸ ਤੋਂ ਬਾਅਦ ਤੁਹਾਡੇ ਕੋਲ ਆ ਜਾਊਗੀ ਕੁਐਸਚਨ ਆਨਸਰਸ ਦੀ ਵੀਡੀਓ। ਠੀਕ ਹੈ, ਤੇ ਉਹਦੇ ਵਿੱਚ ਮੈਂ ਕੁਐਸਚਨ ਆਨਸਰ ਐਕਸਪਲੇਨ ਕਰ ਦੂੰਗੀ ਤੇ ਨੋਟਸ ਦਾ ਫਿਰ ਤੁਹਾਨੂੰ ਲਿੰਕ PDF ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ। ਠੀਕ ਹੈ ਨਾ, ਚਲੋ स्टार्ट करते हैं। मुल्क राज आनंद was one of the pioneer Indian writers in English language to attain international recognition। कहते ਜਿਹੜੇ ਮੁਲਕ ਰਾਜ ਆਨੰਦ ਨੇ ਬਹੁਤ ਜ਼ਿਆਦਾ ਮਸ਼ਹੂਰ ਇੱਕ ਇੰਡੀਅਨ ਰਾਈਟਰ ਨੇ ਜਿਨ੍ਹਾਂ ਨੂੰ ਇੰਟਰਨੈਸ਼ਨਲ ਦਰਜੇ ਤੱਕ ਦੀ ਪਛਾਣ ਮਿਲੀ ਹੋਈ ਹੈ। The Barbers Trade Union is an extract from his book The Barbers Trade Union and Other Stories published in 1944। ਕਹਿੰਦੇ 1944 ਦੇ ਵਿੱਚ ਉਹਨਾਂ ਦੀ ਇੱਕ ਬੁੱਕ ਪਬਲਿਸ਼ ਹੋਈ ਸੀ। ਠੀਕ ਹੈ, ਉਸ ਬੁੱਕ ਦੇ ਵਿੱਚੋਂ ਇੱਕ ਐਕਸਟ੍ਰੈਕਟ ਮਤਲਬ ਕਿ ਇੱਕ ਹਿੱਸਾ ਹੈ ਜਿਹੜਾ ਆਪਾਂ ਹੁਣ ਚੈਪਟਰ ਪੜ੍ਹਨ ਲੱਗੇ ਹਾਂ। ਠੀਕ ਹੈ, ਇੱਕ ਹੁੰਦੀ ਹੈ ਪੂਰੀ ਬੁੱਕ ਤੇ ਉਹਦੇ ਵਿੱਚੋਂ ਕੋਈ ਛੋਟਾ ਜਿਹਾ ਹਿੱਸਾ ਚੱਕ ਕੇ ਉਹਨੂੰ ਇੱਕ ਐਜ਼ ਅ ਕਹਾਣੀ ਪੇਸ਼ ਕਰਨਾ ਇਸ ਐਕਸਟ੍ਰੈਕਟ। ਠੀਕ ਹੈ, The narration brings to light the culture and social setup in rural India. Orthodox beliefs overruled logic and society was divided by casteism. The present incident is about how a barber boy, Chandu, becomes instrumental in initiating a major change in the society। ਕਹਿੰਦੇ ਇਹ ਆਪਾਂ ਨੂੰ ਕੀ ਦਿਖਾਉਂਦੀ ਹੈ ਵੀ ਜਿਹੜੇ ਆਰਥੋਡਾਕਸ ਦਾ ਮਤਲਬ ਹੁੰਦਾ ਜਿਹੜੇ ਕੱਟੜ ਸੁਭਾਅ ਦੇ ਲੋਕ ਹੁੰਦੇ ਨੇ। ਠੀਕ ਹੈ, ਜਿਹੜੇ ਬਹੁਤ ਹੀ ਰਿਜਿਡ ਹੁੰਦੇ ਨੇ, ਸਟ੍ਰਿਕਟ ਹੁੰਦੇ ਨੇ ਆਪਣੇ ਬਿਲੀਫਸ ਨੂੰ ਲੈ ਕੇ। ਬਿਲੀਫਸ ਯਾਨੀ ਕਿ ਜਿਹੜੀਆਂ ਉਹਨਾਂ ਦੀਆਂ ਮਨੌਤਾਂ ਨੇ, ਮਤਲਬ ਜੋ ਗੱਲਾਂ ਉਹ ਮੰਨਦੇ ਨੇ। ਠੀਕ ਹੈ, ਤਾਂ ਆਰਥੋਡਾਕਸ ਜਿਹੜੀਆਂ ਬਿਲੀਫਸ ਨੇ ਉਹ ਕਿਵੇਂ ਲੌਜਿਕ ਨੂੰ ਓਵਰਪਾਵਰ ਕਰ ਦਿੰਦੀਆਂ ਨੇ। ਠੀਕ ਹੈ, ਓਵਰ ਰੂਲ ਕਰ ਦਿੰਦੀਆਂ ਨੇ, ਮਤਲਬ ਜਿਹੜੀ ਅਸਲੀ ਗੱਲ ਹੈ ਉਸ ਤੋਂ ਪਰਾਂ ਲੈ ਕੇ ਆਪਾਂ ਨੂੰ ਪਰਾਂ ਲੈ ਜਾਂਦੀਆਂ ਨੇ ਕੌਣ? ਆਰਥੋਡਾਕਸ ਬਿਲੀਫਸ। ਠੀਕ ਹੈ, ਹੁਣ ਇਹਦੇ ਵਿੱਚ ਆਪਾਂ ਕਿਹਦੇ ਬਾਰੇ ਪੜ੍ਹਨਾ ਚੈਪਟਰ ਦੇ ਵਿੱਚ ਕਿ ਕਿੰਜ ਇੱਕ ਮੁੰਡੇ ਨੇ ਜਿਸਦਾ ਨਾਂ ਕੀ ਸੀ ਚੰਦੂ, ਉਸਨੇ ਹੈਲਪ ਕੀਤਾ ਇਹਨਾਂ ਆਰਥੋਡਾਕਸ ਬਿਲੀਫਸ ਨੂੰ ਦੂਰ ਕਰਨ ਦੇ ਵਿੱਚ ਤੇ ਲੌਜਿਕ ਦੇ ਵਿੱਚ ਬਿਲੀਵ ਕਰਨ ਦੇ ਵਿੱਚ। ਠੀਕ ਹੈ, ਚੰਦੂ ਐਂਡ ਦ ਨਰੇਟਰ ਵਰ ਦ ਕੌਂਸਟੈਂਟ ਕੰਪੈਨੀਅਨਸ ਇਨ देयर ਚਾਈਲਡਹੁੱਡ ਪਲੇਇੰਗ ਟੂਗੈਦਰ ਇਨ ਦ ਮਡੀ ਸਟਰੀਟਸ ਇੰਜੋਇੰਗ देयर ਸਿੰਪਲ ਗੇਮਸ। ਚੰਦੂ ਬੀਇੰਗ 올ਡਰ ਬਾਈ 6th month was the leader in all their adventures। ਹੁਣ ਇੱਥੋਂ ਮੈਂ ਤੁਹਾਨੂੰ ਦੱਸਦੀ ਹਾਂ ਕਿ ਚੰਦੂ ਤੇ ਨਰੇਟਰ। ਚੰਦੂ ਹੁਣ ਜੋ ਮੈਂ ਨੋਟ ਕਰ ਰਹੀ ਹਾਂ ਤੁਸੀਂ ਵੀ ਆਪਣਾ ਐਜ਼ ਅ ਰਫ ਨੋਟਬੁੱਕ ਨੋਟ ਕਰੀ ਜਾਓ। ਠੀਕ ਹੈ, ਤੁਹਾਨੂੰ ਵੀ ਲੈਕਚਰ ਨੋਟਸ ਫਿਰ ਬਾਅਦ ਚੋਂ ਰਿਵੀਜ਼ਨ ਦੇ ਵਿੱਚ ਹੈਲਪ ਹੋ ਜਾਣਗੇ। ਚੰਦੂ ਤੇ ਉਸਦੇ ਨਾਲ ਕੌਣ ਸੀ? ਨਰੇਟਰ। ਇਹ ਦੋਨੋਂ ਕੀ ਕਰਦੇ ਸੀ? ਬਚਪਨ ਦੇ ਵਿੱਚ ਇਕੱਠੇ ਖੇਲਦੇ ਸੀਗੇ। ਠੀਕ ਹੈ, ਨਰੇਟਰ ਦਾ ਨਾਮ ਕੀ ਹੈ? ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਨਰੇਟਰ ਦਾ ਨਾਮ ਹੈਗਾ ਆਪਣੇ ਕੋਲ ਮੁਲਕ ਰਾਜ ਆਨੰਦ। ਠੀਕ ਹੈ, okay। Chandu and narrator were constant companions in their childhood, playing together in the muddy streets, enjoying their simple games। ਕਹਿੰਦੇ ਉਹ muddy games ਯਾਨੀ ਕਿ ਮਿੱਟੀ ਦੀਆਂ streets ਗਲੀਆਂ ਵਿੱਚ ਖੇਲਦੇ ਸੀਗੇ, simple games ਖੇਲਦੇ ਸੀਗੇ। ਜਿਹੜਾ ਚੰਦੂ ਸੀਗਾ 6 ਮਹੀਨੇ ਵੱਡਾ ਸੀਗਾ। ਠੀਕ ਹੈ, ਤਾਂ ਹਮੇਸ਼ਾ ਲੀਡਰ ਰਹਿੰਦਾ ਸੀ ਸਾਰੇ ਐਡਵੈਂਚਰਸ 'ਚ। ਸੋ ਚੰਦੂ was 6 months older and was the leader in all adventures। ਉਹ ਹਰ ਮਤਲਬ ਹੁੰਦਾ ਨਾ ਇੱਕ ਬੱਚਾ ਜਿਹੜਾ ਹਰ ਚੀਜ਼ ਦੇ ਵਿੱਚ ਲੀਡਰੀ ਕਰਦਾ ਹੁੰਦਾ ਹੈ, ਤਾਂ ਚੰਦੂ was that kind of child, okay, was leader in all adventures। ਠੀਕ ਹੈ, the narrator admired him for the various skills that Chandu could accomplish and he himself could not। ਕਹਿੰਦੇ ਜਿਹੜਾ ਆਪਣਾ ਨਰੇਟਰ ਹੈ ਮੁਲਕ ਰਾਜ ਆਨੰਦ ਹੈ ਉਸਨੂੰ ਬਹੁਤ ਜ਼ਿਆਦਾ ਐਡਮਾਇਰ ਕਰਦਾ ਸੀ, ਉਸ ਤੋਂ ਬਹੁਤ ਸਿੱਖਿਆ ਲੈਂਦਾ ਸੀ ਕੁਝ ਇਹੋ ਜਿਹੇ ਚੀਜ਼ਾਂ ਲਈ ਜੋ ਚੰਦੂ ਕਰ ਸਕਦਾ ਸੀ ਪਰ ਉਹ ਨਰੇਟਰ ਖੁਦ ਨਹੀਂ ਕਰ ਸਕਦਾ ਸੀ। For instance, Chandu could take out the sting from the wasp and fly them by tying their legs। wasp ਮਤਲਬ ਭਰਿੰਡ। ਠੀਕ ਹੈ, ਤਾਂ ਚੰਦੂ ਕੀ ਕਰ ਸਕਦਾ ਸੀਗਾ? ਸਟਿੰਗ ਕੱਢ ਸਕਦਾ ਸੀਗਾ ਭਰਿੰਡਾਂ ਚੋਂ ਤੇ ਉਹਨਾਂ ਨੂੰ ਉਡਾ ਸਕਦਾ ਸੀਗਾ ਉਹਨਾਂ ਦੀਆਂ ਲੱਤਾਂ ਬੰਨ ਕੇ। ਠੀਕ ਹੈ, ਹੁਣ
अजीब जी गल है, छोटी जी गल है, बट this thing the narrator Mulkraj Anand could not do and Chandu could do. Why the narrator always got stung by them? जद कि देखो हुण जिहड़ा चंदू है ਉਹ ਇਹੋ ਜਿਹੇ ਪੁੱਠੇ ਕੰਮ ਕਰ ਸਕਦਾ ਸੀ, ਬਟ ਨਰੇਟਰ ਜਦ ਇਹੋ ਜਿਹੇ ਕੰਮ ਕਰਨ ਦੀ ਕੋਸ਼ਿਸ਼ ਕਰਦਾ ਸੀਗਾ ਤਾਂ ਉਸਨੂੰ ਜਿਹੜੀ ਵਾਸਪ ਯਾਨੀ ਕਿ ਭਰਿੰਡ ਸੀਗੀ ਉਹ ਸਟੰਗ ਕਰ ਲੈਂਦੀ ਸੀ, ਮਤਲਬ ਕਿ ਬਾਈਟ ਕਰ ਲੈਂਦੀ ਸੀ, ਵੱਢ ਲੈਂਦੀ ਸੀ, ਠੀਕ ਹੈ। Besides, Chandu was perfect at making and flying kites. ਇਸ ਤੋਂ ਇਲਾਵਾ ਚੰਦੂ ਹੋਰ ਕੀ ਕਰ ਸਕਦਾ ਸੀਗਾ, ਉਹ ਕਾਈਟਸ ਨੂੰ ਬਣਾ ਸਕਦਾ ਸੀ, ਠੀਕ ਹੈ, ਐਂਡ ਉਹਨਾਂ ਨੂੰ ਫਲਾਈ ਵੀ ਕਰ ਸਕਦਾ ਸੀ, ਮਤਲਬ ਉਡਾ ਵੀ ਸਕਦਾ ਸੀ, ਠੀਕ ਹੈ। However, Chandu could lack the similar perfection in his study, particularly in doing the sums. This was probably he had to assist his father in his profession as a barber, and therefore he had no time for homework, but he was good at cramming and could memorize and recite his lessons like poetry. ਕਹਿੰਦੇ ਬਟ ਇੱਕ ਚੀਜ਼ ਦੇ ਵਿੱਚ ਜਿਹੜਾ ਚੰਦੂ ਹੈ ਉਹ ਪਿੱਛੇ ਸੀਗਾ। ਚੰਦੂ ਕਾਹਦੇ ਵਿੱਚ ਲੈਕ ਕਰਦਾ ਸੀਗਾ, ਸਟੱਡੀਜ਼ ਦੇ ਵਿੱਚ, ਠੀਕ ਹੈ, ਸਪੈਸ਼ਲੀ ਇਨ ਸੋਲਵਿੰਗ ਸਮਸ, ਠੀਕ ਹੈ। ਚੰਦੂ ਲੈਕਡ ਇਨ ਸਟੱਡੀਜ਼ ਕਿਵੇਂ, ਕਹਿੰਦੇ ਜਿਹੜਾ ਯਾਦ ਕਰਨ ਵਾਲੀਆਂ ਚੀਜ਼ਾਂ ਹੁੰਦੀਆਂ ਸੀ ਜਿਵੇਂ ਪੋਇਟਰੀ ਵਗੈਰਾ ਹੁੰਦੀ ਸੀ ਉਹ ਤਾਂ ਉਹ ਬਹੁਤ ਵਧੀਆ ਕਰ ਲੈਂਦਾ ਸੀ, ਬਿਕੋਜ਼ ਉਹਦੀ ਮੈਮੋਰਾਈਜ਼ੇਸ਼ਨ ਅੱਛੀ ਸੀਗੀ, ਮਤਲਬ ਯਾਦ ਕਰਨ ਦੀ ਜਿਹੜੀ ਉਹਦੀ ਕਪੈਸਿਟੀ ਸੀ ਉਹ ਤਾਂ ਅੱਛੀ ਸੀ, ਬਟ ਸਮਸ ਵਗੈਰਾ ਸੋਲਵ ਕਰਨ ਲੱਗਿਆ ਉਸਨੂੰ ਦਿੱਕਤ ਆਉਂਦੀ ਸੀ, ਬਿਕੋਜ਼ ਉਸ ਕੋਲ ਇੰਨਾ ਟਾਈਮ ਨਹੀਂ ਹੁੰਦਾ ਸੀ। ਦੇਖੋ ਸਮਸ ਦੇ ਵਿੱਚ ਆਪਾਂ ਨੂੰ ਕੀ ਚਾਹੀਦੀ ਹੁੰਦੀ ਹੈ, ਪ੍ਰੈਕਟਿਸ ਚਾਹੀਦੀ ਹੁੰਦੀ ਹੈ, ਕਹਿੰਦੇ ਸ਼ਾਇਦ ਉਸ ਕੋਲ ਇੰਨਾ ਟਾਈਮ ਹੀ ਨਹੀਂ ਹੁੰਦਾ ਸੀਗਾ ਸਮਸ ਪ੍ਰੈਕਟਿਸ ਕਰਨ ਦੇ ਲਈ, ਇਸ ਲਈ ਉਹ ਇਸ ਖੇਤਰ ਦੇ ਵਿੱਚ ਪਿਛੜ ਗਿਆ ਸੀ, ਕਿਉਂਕਿ ਉਸਨੇ ਆਪਣੇ ਫਾਦਰ ਦੀ ਹੈਲਪ ਕਰਵਾਉਣੀ ਹੁੰਦੀ ਸੀ ਉਹਨਾਂ ਦੇ ਕੰਮ ਦੇ ਵਿੱਚ। ਤਾਂ ਉਹਨਾਂ ਦੇ ਫਾਦਰ ਕੀ ਸੀ, ਇੱਕ ਬਾਰਬਰ ਸੀ, ਕਿਹਦੇ, ਚੰਦੂ ਦੇ, ਠੀਕ ਹੈ। No matter how much Chandu's mother and the other village elders disapproved of their friendship, the narrator simply hero worshipped Chandu. His own attire of achkin and chudidar seemed to him uninteresting in comparison to his Chandu's mismatched combination of trousers, coat, cap, and that had been granted to him as ਚੈਰਿਟੀ। ਕਹਿੰਦੇ ਵੀ ਨਰੇਟਰ ਨੂੰ ਚਾਹੇ ਕੋਈ ਜਿੰਨਾ ਮਰਜ਼ੀ ਉਹਨਾਂ ਨੂੰ ਕਹਿ ਦਿੰਦਾ ਸੀ, ਉਹਨਾਂ ਦੀ ਮਦਰ ਵੀ ਕਹਿ ਦਿੰਦੀ ਸੀ ਵੀ ਤੁਹਾਡੀ ਫਰੈਂਡਸ਼ਿਪ ਨਹੀਂ ਮਤਲਬ ਉਨੀ ਖਾਸ ਨਹੀਂ ਹੈ, ਬਟ ਉਹ ਆਪਣੀ ਫਰੈਂਡਸ਼ਿਪ ਨੂੰ ਬਹੁਤ ਜ਼ਿਆਦਾ ਮਾਨਤਾ ਦਿੰਦਾ ਸੀਗਾ, ਠੀਕ ਹੈ। ਕੌਣ, ਨਰੇਟਰ। ਕਹਿੰਦੇ ਨਰੇਟਰ ਦੇ ਇੰਨੇ ਵਧੀਆ ਕੱਪੜੇ ਪਾਏ ਹੁੰਦੇ ਸੀਗੇ, ਉਚਕਿਨ ਤੇ ਚੂੜੀਦਾਰ, ਠੀਕ ਹੈ, ਉਹਨੂੰ ਇੰਨੇ ਅਨਇੰਟਰਸਟਿੰਗ ਲੱਗਦੇ ਸੀ, ਉਹਨਾਂ ਨਾਮ ਯਾਦ ਰੱਖਣੇ ਆ, ਉਚਕਿਨ ਤੇ ਚੂੜੀਦਾਰ। ਕਹਿੰਦੇ ਆਪਣੇ ਕੱਪੜੇ ਉਹਨੂੰ ਇੰਨੇ ਅਨਇੰਟਰਸਟਿੰਗ ਲੱਗਦੇ ਸੀ, ਜਦਕਿ ਚੰਦੂ ਦੇ ਕੱਪੜੇ ਜਿਹੜੇ ਕਿ ਉਸਨੂੰ ਦਾਨ ਵਿੱਚ ਮਿਲੇ ਹੁੰਦੇ ਸੀਗੇ, ਮਿਸਮੈਚ ਹੁੰਦੇ ਸੀ, ਮਤਲਬ ਉਹਨਾਂ ਦੇ ਵਿੱਚ ਕੋਈ ਕੰਬੀਨੇਸ਼ਨ ਨਹੀਂ ਹੁੰਦਾ ਸੀ, ਉਹ ਉਹਨੂੰ ਇੰਟਰਸਟਿੰਗ ਲੱਗਦੇ ਸੀਗੇ। ਮਤਲਬ ਉਹ ਗੋਡ ਐਜ਼ ਅ ਕਿੱਥੇ ਲਿਖਿਆ ਵੀ ਹੋਇਆ, ਹੀਰੋ ਵਰਸ਼ਿਪ, ਲਾਈਕ ਉਹਨੂੰ ਆਪਣਾ ਹੀਰੋ ਮੰਨਦਾ ਸੀ, ਠੀਕ ਹੈ। ਕਈ ਵਾਰ ਹੁੰਦਾ ਆਪਾਂ ਕਿਸੇ ਨੂੰ ਐਡਮਾਇਰ ਕਰਦੇ ਹਾਂ, ਠੀਕ ਹੈ। mismatched combination of trouser, coat and cap that had been granted to him as charity. ਉਸ ਤੋਂ ਬਾਅਦ Chandu's studies were abruptly discontinued after his father died of plague. ਹੁਣ ਆਹ ਗੱਲ ਵੀ ਯਾਦ ਰੱਖਣੀ ਹੈ ਵੀ ਉਸਦੇ ਫਾਦਰ ਦੀ ਡੈਥ ਕਿਸ ਕਾਰਨ ਹੋ ਗਈ ਸੀ, ਪਲੇਗ ਦੇ ਕਾਰਨ ਹੋ ਗਈ ਸੀ, due to plague. Plague is a disease, ਠੀਕ ਹੈ, it is a disease ਜਿਹਦੇ ਕਰਕੇ ਚੰਦੂ ਦੇ ਫਾਦਰ ਦੀ ਕੀ ਹੋ ਗਈ ਸੀ, ਡੈਥ ਹੋ ਗਈ ਸੀ। ਤਾਂ ਇਹ ਗੱਲ ਤੁਸੀਂ ਨੇ ਯਾਦ ਰੱਖਣੀ ਹੈ। ਹੁਣ ਮੈਂ ਤੁਹਾਨੂੰ ਸ਼ਾਰਟ ਕੁਐਸਚਨ ਵੀ ਨਾਲ ਦੀ ਨਾਲ ਹੀ ਦੱਸ ਰਹੀ ਹਾਂ, ਠੀਕ ਹੈ। Okay, he had now the responsibility to earn his livelihood. Every morning after shaving and hair cutting in the houses of the high caste nobles, he would go to the city for some more business. ਕਹਿੰਦੇ ਹੁਣ ਉਹਦੇ ਸਿਰ ਤੇ ਸਾਰੀ ਜ਼ਿੰਮੇਵਾਰੀ ਸੀ ਪੈਸੇ ਵਗੈਰਾ ਕਮਾਉਣ ਦੀ, ਤੇ ਉਹ ਹਰ ਸਵੇਰ ਸ਼ੇਵ ਕਰਨ ਦੇ ਲਈ, ਬਾਲ ਕੱਟਣ ਦੇ ਲਈ ਲੋਕਾਂ ਦੇ ਘਰੇ ਜਾਂਦਾ ਸੀ ਤੇ ਫਿਰ ਬਾਅਦ ਵਿੱਚ ਸਿਟੀ ਵਿੱਚ ਚਲੇ ਜਾਂਦਾ ਸੀ ਕੁਝ ਬਿਜ਼ਨਸ ਕਰਨ ਦੇ ਲਈ। For the latter he was granted a lift by Lala Hukum Chand in the closed carriage when Chandu would sit at the footrest. ਕਹਿੰਦੇ ਉੱਥੇ ਜਾਣ ਲਈ ਉਹਨੂੰ ਲਾਲਾ ਹੁਕਮ ਚੰਦ ਆਪਣੇ closed carriage ਦੇ ਵਿੱਚ ਬਿਠਾ ਲੈਂਦੇ ਸੀ, ਠੀਕ ਹੈ, ਉਹਨਾਂ ਨੂੰ ਲਿਫਟ ਮਿਲ ਜਾਂਦੀ ਸੀ। The narrator envied the freedom that Chandu enjoyed while he himself had to slog in school. ਹੁਣ narrator ਕੌਣ ਸੀ, ਮੁਲਕਰਾਜ ਆਨੰਦ। ਉਹ ਇੱਕ ਤਰ੍ਹਾਂ ਦੇਖੋ ਚੰਦੂ ਦੀ ਤਾਂ ਪਰੇਸ਼ਾਨੀਆਂ ਆਈਆਂ ਹੋਈਆਂ ਨੇ, ਕਾਈਂਡ ਆਫ ਰਿਸਪੌਂਸਿਬਿਲਿਟੀਜ਼ ਉਹਨੂੰ ਮਿਲੀਆਂ ਹੋਈਆਂ ਨੇ, ਬਟ ਨਰੇਟਰ ਜਿਹੜਾ ਸੀ ਉਹਨੂੰ ਦੇਖ ਕੇ ਐਨਵੀ ਹੁੰਦਾ ਸੀ, ਮਤਲਬ ਕਿ ਜੈਲਸ ਹੁੰਦਾ ਸੀਗਾ ਕਿ ਉਹਨੂੰ ਕਿੰਨੀ ਫਰੀਡਮ ਹੈ, ਬਟ ਮੁਲਕਰਾਜ ਆਨੰਦ ਨੂੰ ਖੁਦ ਸਕੂਲ ਜਾਣਾ ਪੈਂਦਾ ਹੈ। ਚੰਦੂ had now an exposure to a new world and was greatly impressed by the city glamour. ਹੁਣ ਕਹਿੰਦੇ ਉਹ ਰੋਜ਼ ਕੰਮ ਕਰਨ ਜਾਂਦਾ ਸੀ ਸਿਟੀ ਵਿੱਚ, ਤਾਂ ਉਹਨੂੰ ਇੱਕ ਐਕਸਪੋਜਰ ਮਿਲ ਗਿਆ ਤੇ ਉਹਨੂੰ ਸਿਟੀ ਦੇ ਗਲੈਮਰ ਤੋਂ, ਚਮਕ ਦਮਕ ਤੋਂ ਉਹ ਬਹੁਤ ਜ਼ਿਆਦਾ ਇੰਪ੍ਰੈਸ ਹੋਇਆ। Okay, he nurtured a strong desire to own an outfit like Dr. Kalan the dentist, whom they assumed to be a magician who fitted people with new teeth. ਕਹਿੰਦੇ ਉਹਦੇ ਮਨ ਦੇ ਵਿੱਚ ਇੱਕ ਇੱਛਾ ਆਈ ਕਿ ਮੈਂ ਡਾਕਟਰ ਕਲਾਨ ਦੀ ਤਰ੍ਹਾਂ, ਜਿਹੜੇ ਕਿ ਇੱਕ ਡੈਂਟਿਸਟ ਸੀਗੇ, ਉਹਨਾਂ ਦੀ ਤਰ੍ਹਾਂ ਕੱਪੜੇ ਪਾਵਾਂ। ਕਿਹਦੀ ਤਰ੍ਹਾਂ, ਡਾਕਟਰ ਕਲਾਨ ਦੀ
तरह जिवें दे उन्हां ने कपड़े पाए हुए हैं उस तरह के कपड़े पावां। वो की सीगे, एक डेंटिस्ट सीगे, ठीक है। सो ही वॉज अ डेंटिस्ट एंड वो चाहता सी कि उस तरह के कपड़े पावे। तो चंदू वॉज पर्टिकुलरली फैसीनेटेड बाय द लैदर पैंट बैग इन विच ही कैरिड हिज टूल्स। तो पर्टिकुलरली किहदे करके फैसीनेट होया, किहदे करके उन्होंने बहुत ज़्यादा मतलब एक्साइटमेंट हुई उन्होंने देख के, उन्होंने कोल एक लैदर बैग सीगा जिहदे विच वो अपने गुड्स रखते सीगे, ठीक है। जिन्होंने देख के जिहड़ा चंदू सीगा वो थोड़ा फैसीनेट हो गया। तो उस डेंटिस्ट नूं किस तरह मानते सीगे, एज अ मैजिशियन मानते सी, मतलब एक जादूगर की तरह मानते सी जिहड़ा कि लोकां दे दंद ठीक कर दिंदा सी, बदल दिंदा सी, ठीक है, रिप्लेस कर दिंदा सी, या फिर जो भी उन्होंने प्रॉब्लम हुंदी सी वो सॉर्ट आउट कर दिंदा सी। Then one fine morning, Chandu appeared at the narrator's door, dressed in a clean turban, a white coat that was slightly oversized, with a leather bag in hand. The narrator was greatly impressed and showed praises generously. कहंदे एक morning की होया जिहड़ा चंदू है वो narrator दे घर आया, साफ सुथरी उन्हें पग बनी हुई सी, वाइट कोट पाया हुआ सी, स्लाइटली थोड़ा जिहा वड्डा सीगा, थोड़ा जिहा वड्डा सी, ठीक है, ते लैदर बैग सीगा उहदे हत्थ विच। द नरेटर वाज ग्रेटली इंप्रैसड, वो बहुत ज़्यादा इंप्रैस होंदा है मुल्कराज आनंद, ते फिर उन्होंने प्रेज भी करदा है, तारीफ भी करदा है। सो वैल ड्रेस्ड एंड कॉन्फिडेंट चंदू प्रोसेस टूवर्ड्स द हाउस ऑफ द लैंडलॉर्ड। वो बहुत ज़्यादा कॉन्फिडेंट फील कर रहा सीगा, अच्छा भी लग रहा सी देखण दे विच, तां अपने लैंड हाउस के घर जाण वाल उधर जाने की तैयारी करता है। While Devi, the son of the landlord, was excited and announced by Chandu's arrival, praising his attire lavishly, but Bijay Chand's reaction, the landlord's reaction, was something that Chandu had not anticipated. Anticipate का मतलब कि उम्मीद करना, expect करना। हुण इत्थे देखो कहंदे हुण आ बहुत इंपॉर्टेंट नेम्स ने, जिवें लैंडलॉर्ड दे बेटे दा नाम की सी डेवी, ठीक है, तो लैंडलॉर्ड का खुद का नाम की सी विजय चंद, ठीक है। हुण कहंदे जिहड़ा लैंडलॉर्ड का बेटा सी वो तो बहुत खुश हुंदा है, एक्साइटेड हुंदा है, दसदा है भी चंदू आ गया, बट जिहड़ा विजय चंद सीगा, ठीक है, वो बहुत इहो जिहा रिएक्ट करदा है कि जो चंदू ने उम्मीद भी नहीं करी हुंदी, ठीक है। हुण नाम याद रख लो किहड़े किहड़े, एक हैगा देवी, एक हैगा सैकेंड नेम किहड़ा अपने कोल विजय चंद, ठीक है, ओके। द फॉर्मर टुक ग्रेट ऑफेंस इन चंदू ब्रिंगिंग अ लैदर बैग। कहते फिर उन्होंने बहुत ज़्यादा ऑफेंसिव करता है कि तू आ बैग क्यों लैके आया, एंड देयर बाय सॉइलिंग द सेंसिटिविटी एट द ऑफिस हाउस एंड डिफाइलिंग हिज रिलीजन, ही रिब्यूक्ड चंदू इन स्ट्रॉन्ग वर्ड्स एंड सेंट हिम अवे। उन्हें उन्होंने दूर भजाता भी, यू कांट कम टू माई होम, दिस इज तू मेरा की कर रहे हैं, मेरा धर्म की कर रहे हैं, खराब कर रहे हैं, ऑर्थोडॉक्स बिलीव्स, जिवें मैं तुहानूं दस्सिया सी, क्योंकि वो एक लैदर बैग लेके आया सी। A similar treatment was meted out him by Thanu Ram, the Sahukar, who lavishly showers insults on him. कहंदे similar behavior ਉਹਦੇ ਨਾਲ ਕਿੰਨੇ ਕਰਿਆ ਸੀਗਾ, ਕਿੰਨੇ ਕਰਿਆ ਸੀ ਦੱਸੋ, similar behavior ਉਹਦੇ ਨਾਲ ਕੀਤਾ ਸੀ थानू राम ने। ਇਹ ਨਾਮ ਵੀ याद रखना, थानू राम ਜਿਹੜਾ कौन ਸੀ, ਇੱਕ ਸ਼ਾਹੂਕਾਰ ਸੀਗਾ, ठीक है, who lavishly showered insults on him, जिन्हें ਉਹਦੀ बहुत बेइज्जती ਕੀਤੀ ਸੀ। ਇਹ ਨਾਮ ਵੀ ਇੱਥੇ ਲਿਖ ਲਓ, थानू राम, ठीक है। The incident soon became the talk of the village. कहंदे ये गल पिंड दे विच फैल गई। चंदू was distressed beyond words, but his spirit was not defeated. कहंदे उन्होंने बहुत ज़्यादा stress होया, but जिहड़ी ਉਹਦੀ spirit सीगी वो खराब नहीं सी होई। He had other plans. ਉਹਦੇ ਕੋਲ ਹੋਰ भी बहुत सारे plans ਸੀਗੇ than to dwell in self pity, कि खुद ते तरस महसूस करे, खुद नूं बुरा समझे, ਉਹਦੇ ਕੋਲ ਹੋਰ भी बहुत सारे plans ਸੀ। He realized that if he stayed back in the city for a longer time then returned with Lala Hukam Chand, he could make more money. So he bought a bicycle and began his self training to use the machine. ਕਹਿੰਦੇ ਉਹਨੇ ਇਹ realize ਕਰਿਆ ਕਿ ਉਹ ਸਿਟੀ ਦੇ ਵਿੱਚ ਜੇ ਜ਼ਿਆਦਾ ਟਾਈਮ ਤੱਕ ਰੁਕੇ, ਠੀਕ ਹੈ, ਜਾਂ ਇਸ ਤੋਂ मतलब लाला हुकम चंद दे नाल उन्हां दी ਉਹਦੇ ਨਾਲ वापस जावे, इस तो अच्छा जे एक बाईसाइकिल लै लवे तो ज़्यादा टाइम तक सिटी विच रुके तो ज़्यादा पैसे कमा सकता है। इसलिए उन्हें सैल्फ ट्रेनिंग शुरू कर दी इस मशीन को यूज़ करने के लिए। ही इग्नोर्ड ऑल द रिडिक्यूल ऑफ द विलेज फोक एंड वॉज कॉन्फिडेंट
ऑफ द लास्ट लाफ कहते उन्हें सारी रिडिकुल मतलब जोड़े भी बकवास गल्लां सीगियां पिंड दियां या हुंदियां ने पुराने जमाने के लोगों दियां उन्हां नूं इग्नोर करिया ते अपना कॉन्फिडेंट होके वो चलता रहा चंदू स्ट्राइक फ्रॉम द वर्क रिजल्टेड इन द शैबी अपीयरेंस ऑफ द विलेजर्स हु वर नाउ अ लाफिंग स्टॉक एंग्री एंड इंसल्टेड दे सॉट द सर्विसेज ऑफ द बार्बर फ्रॉम वेरका हु चार्ज दैम मच मोर कहते हुण चंदू ने एक स्ट्राइक कर दी ठीक है जिहदे करके वर्करस ਸੀਗੇ ਜਿਹੜੇ ਪਿੰਡ ਦੇ ਉਹਨਾਂ ਦੀ ਇੱਕ ਸ਼ੈਬੀ ਅਪੀਅਰੈਂਸ ਹੋ ਗਈ ਉਹ ਮਤਲਬ ਹੁਣ ਕਿਸੇ ਦੇ ਵਾਲ ਨਹੀਂ ਸੀ ਕੱਟਦਾ ਕਿਸੇ ਦੀ ਸ਼ੇਵ ਨਹੀਂ ਸੀ ਕਰਦਾ ਹਨਾ ਹੇਅਰ ਕੱਟ ਨਹੀਂ ਸੀ ਕਰਦਾ ਜਿਸ ਕਰਕੇ ਉਹਨਾਂ ਦੀ ਸ਼ੈਬੀ ਅਪੀਅਰੈਂਸ ਮਤਲਬ ਬਹੁਤ ਹੀ ਬੁਰੀ ਉਹਨਾਂ ਦੀ ਲੁੱਕ ਹੋ ਗਈ ਤੇ ਉਹਨਾਂ ਨੂੰ ਫਿਰ ਐਂਗਰੀ ਤੇ ਇਨਸਲਟਡ ਮਤਲਬ ਉਹ ਗੁੱਸੇ ਵਿੱਚ ਵੀ ਸੀਗੇ ਬੇਇੱਜ਼ਤੀ ਵੀ ਮਹਿਸੂਸ ਕਰ ਰਹੇ ਸੀ ਉਹਨਾਂ ਨੇ ਇੱਕ ਵੇਰਕਾ ਤੋਂ ਇੱਕ ਬਾਰਬਰ ਮਤਲਬ ਬੁਲਾਇਆ ਉਹਦੀ ਸਰਵਿਸਿਜ਼ ਲਈ ਬਟ ਉਹਨਾਂ ਨੂੰ ਉਹ ਬਹੁਤ ਜ਼ਿਆਦਾ ਪੈਸੇ ਖਰਚ ਕਰਨੇ ਪੈ ਰਹੇ ਸੀ ਬਹੁਤ ਪੈਸੇ ਲੈ ਰਿਹਾ ਸੀਗਾ ਇਹ ਕੰਮ ਕਰਨ ਦਾ But Chandu was again one up on them. He formed an association of all the barbers in the range of 7 miles and opened a shop on the wayside. ਉਹਨੇ क्या करिया ਇੱਕ shop open ਕਰੀ ਇੱਕ association form ਕਰੀ 7 miles ਦੇ ਇੱਕ ਖੇਤਰ ਦੇ ਵਿੱਚ ਜਿੰਨੇ ਵੀ ਬਾਰਬਰਸ ਸੀਗੇ ਉਹਨਾਂ ਸਾਰਿਆਂ ਦੀ ਇੱਕ ਐਸੋਸੀਏਸ਼ਨ ਫਾਰਮ ਕਰੀ ਠੀਕ ਹੈ ਇਨ ਦਾ ਬਾਜ਼ਾਰ ਵਿੱਚ ਦਾ ਵਿਲੇਜ ਨੋਬਲਸ ਵਰ ਨਾਓ ਓਬਲਾਈਜ਼ਡ ਟੂ ਵਿਜ਼ਿਟ ਹੁਣ ਵਿਲੇਜ ਦੇ ਨੋਬਲਸ ਨੂੰ ਉਹ ਲੋਕਾਂ ਨੂੰ ਉਹਦੀ ਦੁਕਾਨ ਤੇ ਜਾਣਾ ਪੈਂਦਾ ਸੀ ਚੰਦੂ ਦੇ ਬਾਰਬਰ ਦਾ ਸੈਟ ਅਪ ਅ ਨਿਊ ਟ੍ਰੈਂਡ ਐਂਡ ਕ੍ਰੀਏਟਡ ਹਿਸਟਰੀ ਬਾਈ ਵੇਜਿੰਗ ਅ ਵਾਰ ਅਗੇਂਸਟ ਦ ਆਰਥੋਡਾਕਸ ਬਿਲੀਵਸ ਐਂਡ ਸ਼ੇਕਿੰਗ ਦ ਫਾਊਂਡੇਸ਼ਨ ਆਫ ਕਾਸਟਿਜ਼ਮ ਐਜ਼ ਅ ਕੌਨਸੀਕੁਐਂਸ ਠੀਕ ਹੈ ਫਿਰ ਚੰਦੂ ਨੇ ਕੀ ਕੀਤਾ ਇੱਕ ਨਵਾਂ ਸਿਸਟਮ ਚਲਾਇਆ ਇੱਕ ਨਵੀਂ ਆਪਣੀ ਕੀ ਖੋਲੀ ਇੱਕ ਸ਼ਾਪ ਖੋਲੀ ਠੀਕ ਹੈ ਜਿਹਦੇ ਵਿੱਚ ਹੁਣ ਵਿਲੇਜ ਦੇ ਲੋਕਾਂ ਨੂੰ ਆ ਕੇ अपनी हेयर कट अपनी शेव करवानी पैंदी सी इस तरह उसने जिहड़े ऑर्थोडॉक्स बिलीव्स ने उन्हां नूं की करता कैंसल आउट करदा ते लॉजिकल बिलीव्स दे विच उहने विश्वास दिखाया ठीक है बिकॉज आपां नूं पता है कि ਜਿਹੜੇ ਬਾਰਬਰਸ ਹੁੰਦੇ ਨੇ ਉਹ ਹੋਰ ਕਾਸਟ ਦੇ ਹੁੰਦੇ ਨੇ ਮਤਲਬ ਉਹਨਾਂ ਨੂੰ ਲਾਈਕ ਇੰਨੀ ਰਿਸਪੈਕਟ ਕਈ ਆਪਣੇ ਪ੍ਰੋਫੈਸ਼ਨਸ ਹੈਗੇ ਨੇ ਸੋਸਾਇਟੀ ਦੇ ਵਿੱਚ ਜਿਨ੍ਹਾਂ ਨੂੰ ਇੰਨੀ ਰਿਸਪੈਕਟ ਨਹੀਂ ਦਿੱਤੀ ਜਾਂਦੀ ਠੀਕ ਹੈ ਬਟ ਚੰਦੂ ਨੇ ਕੀ ਪ੍ਰੂਫ ਕੀਤਾ ਕਿ ਇਫ ਯੂ ਵਾਂਟ ਯੂ ਵਿਲ ਠੀਕ ਹੈ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਇਹ ਚੈਪਟਰ ਦੇ क्वेश्चन आंसर्स वगैरह कर लांगे MCQs कर देंगे तो मैं कोशिश करूँगी कि थोनों डिस्क्रिप्शन दे विच आह समरी दा PDF दे देवां पंजाबी दे विच भी इहदे नीचे हैगा लिखिया होया फिर तुसीं ओह पढ़ लिओ जे थोनों इंग्लिश दे विच थोड़ी जी